नमस्कार एंड सत श्री अकाल। ਅੱਜ ਦੇ ਇਸ ਟਿਊਟੋਰੀਅਲ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਅਲਜੇਬਰਾ ਆਫ ਰੀਅਲ ਫੰਕਸ਼ਨਸ। ਵਾਟ ਇਜ਼ ਅਲਜੇਬਰਾ ਆਫ ਰੀਅਲ ਫੰਕਸ਼ਨਸ ਦਾ ਮਤਲਬ ਕੀ ਹੁੰਦਾ ਹੈ, ਇਸ ਨੂੰ ਆਪਾਂ ਇਸ ਵਿੱਚ ਕਿਹੜੇ ਆਪਰੇਸ਼ਨਸ ਆਣਗੇ, ਉਹ ਸਾਰੇ ਪੁਆਇੰਟ ਆਪਾਂ 1 ਬਾਈ 1 ਆਪਾਂ ਇੱਥੇ ਡਿਸਕਸ ਕਰਾਂਗੇ। ਤਾਂ ਜਿੰਨੀਆਂ ਵੀ ਆਪਣੇ ਕੋਲ ਟਾਈਪਸ ਆਫ ਫੰਕਸ਼ਨ ਸੀਗੀਆਂ ਜੋ ਕਿ ਤੁਹਾਡੇ ਕੋਰਸ ਵਿੱਚ ਹੈਗੇ ਨੇ, ਉਹ ਆਪਾਂ ਇਸ ਤੋਂ ਪਹਿਲੇ ਵਾਲੇ 2 ਟਿਊਟੋਰੀਅਲ ਦੇ ਵਿੱਚ ਆਪਾਂ ਸਾਰੇ ਡਿਸਕਸ ਕਰ ਲਏ। ਜੇ ਤੁਸੀਂ ਉਹ ਹਾਲੇ ਚੈੱਕ ਨਹੀਂ ਕੀਤੇ ਜਾਂ ਤੁਸੀਂ ਦੇਖੇ ਨਹੀਂਗੇ ਤਾਂ ਉਹਨਾਂ ਦੇ ਲਿੰਕ ਜਿਹੜੇ ਹੈਗੇ ਨੇ ਇਸ ਦੇ ਐਂਡ ਵਿੱਚ ਮੈਂ ਪ੍ਰੋਵਾਈਡ ਕਰ ਦੂੰਗਾ। ਯੂ ਕੈਨ ਗੋ ਦੇਅਰ ਐਂਡ ਯੂ ਕੈਨ ਸਟੱਡੀ all these types of functions because types of functions are very important ਕਿਉਂਕਿ ਇਸ ਤੋਂ ਬਗੈਰ ਜਿਹੜੇ ਹੈ ਆਪਣੇ ਕੋਲ ਜੋ ਫਰਦਰ ਆਪਾਂ ਹਾਇਰ ਕਲਾਸ ਦੀ ਜੋ ਸਟੱਡੀ ਕਰਾਂਗੇ, ਠੀਕ ਹੈ ਨਾ, ਅੱਗੇ ਜਿੰਨਾ ਵੀ ਤੁਸੀਂ ਟੌਪਿਕ ਸਟੱਡੀ ਕਰੋਗੇ ਵਾਰ-ਵਾਰ ਆਪਣੇ ਕੋਲ ਡਿਫਰੈਂਟ ਟਾਈਪ ਆਫ ਫੰਕਸ਼ਨਸ ਦਾ ਯੂਜ਼ ਆਏਗਾ। ਲੇਕਿਨ ਜੇ ਆਪਣੇ ਉਹ ਕਨਸੈਪਟ ਕਲੀਅਰ ਨਹੀਂ ਹੋਣਗੇ ਤਾਂ ਫਿਰ ਉਹ ਆਪਾਂ ਨੂੰ ਦਿੱਕਤ ਆਏਗੀ। ਵਾਰ-ਵਾਰ ਫਿਰ ਆਪਾਂ ਨੂੰ ਪ੍ਰੋਬਲਮ ਆਏਗੀ ਕਿ ਇਹਦਾ ਕੀ ਮਤਲਬ ਹੁੰਦਾ ਹੈ, ਇਹ ਕਿੱਥੇ ਆਪਾਂ ਤਾਂ ਪੜ੍ਹਿਆ ਹੀ ਨਹੀਂਗਾ, ਹੈ ਨਾ। ਤਾਂ ਇਸ ਕਰਕੇ ਜਿੰਨੇ ਵੀ ਟਾਈਪਸ ਆਫ ਫੰਕਸ਼ਨਸ ਹੈਗੇ ਨੇ ਉਹ ਡਿਟੇਲ ਦੇ ਨਾਲ ਐਕਸਪਲੇਨ ਕੀਤੇ ਹੋਏ ਨੇ। 2 ਉਸਦੇ ਲੈਕਚਰ ਮੈਂ ਬਣਾ ਕੇ ਅਪਲੋਡ ਕੀਤੇ ਨੇ, ਉਹ ਦੋਨੋਂ ਤੁਸੀਂ ਚੰਗੀ ਤਰ੍ਹਾਂ ਸਟੱਡੀ ਕਰ ਲਓਗੇ, ਇੱਕ ਵਾਰੀ ਦੇਖ ਲਓਗੇ। ਲੇਕਿਨ ਇਹ ਨਹੀਂ ਕਿ ਉਹਨੂੰ ਆਪਾਂ ਸਕਿਪ ਕਰ ਦਈਏ, ਜਿਹੜਾ ਟੌਪਿਕ ਤੁਸੀਂ ਦੇਖਦੇ ਹੋ ਉਹਨੂੰ ਕੰਪਲੀਟ ਦੇਖਿਆ ਕਰੋ। ਸੋ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਸ਼ੇਅਰ ਮਾਈ ਡੈਸਕਟੌਪ ਵਿਦ ਯੂ। ਤਾਂ ਇੱਥੇ ਕੀ ਹੈ ਕਿ ਆਪਣੇ ਕੋਲ ਅਲਜੇਬਰਾ ਆਫ ਰੀਅਲ ਫੰਕਸ਼ਨਸ, ਇਸ ਦੇ ਵਿੱਚ ਕਿਹੜੇ ਆਪਰੇਸ਼ਨਸ ਆਣਗੇ। ਤਾਂ ਜਦੋਂ ਵੀ ਆਪਣੇ ਕੋਲ ਕੋਈ ਵੀ 2 ਰੀਅਲ ਫੰਕਸ਼ਨ ਹੁੰਦੇ ਨੇ ਜਾਂ ਰੀਅਲ ਵਰਲਡ ਫੰਕਸ਼ਨ ਹੁੰਦੇ ਨੇ, ਰੀਅਲ ਫੰਕਸ਼ਨ ਉਹ ਹੁੰਦੇ ਨੇ ਜਿਹੜੀ ਆਪਾਂ ਇਨਪੁਟ ਦਿੰਦੇ ਹਾਂ ਉਹ ਆਪਣੇ ਕੋਲ ਰੀਅਲ ਨੰਬਰ ਦਾ ਸੈੱਟ ਹੋਣਾ ਚਾਹੀਦਾ -∞ to ∞। ਤੇ ਜਦੋਂ ਆਪਣੇ ਕੋਲ ਉਸ ਦੀ ਕੋਈ ਆਊਟਪੁੱਟ ਆਉਂਦੀ ਹੈ ਜਿਹੜੀ ਰੇਂਜ ਹੈਗੀ ਹੈ, ਜੇ ਉਹ ਆਪਣੇ ਕੋਲ ਰੀਅਲ ਬਣਦਾ ਹੋਵੇ ਤਾਂ ਉਹ ਆਪਣੇ ਕੋਲ ਕੀ ਬਣਦਾ, ਰੀਅਲ ਵੈਲਿਊਡ ਫੰਕਸ਼ਨ। ਤਾਂ ਇੱਥੇ ਆਪਾਂ ਗੱਲ ਕਰ ਰਹੇ ਹਾਂ ਰੀਅਲ ਫੰਕਸ਼ਨ ਦਾ ਜੋ ਅਲਜੇਬਰਾ ਹੋਏਗਾ। ਤੇ ਅਲਜੇਬਰਾ ਦੇ ਵਿੱਚ ਮੋਸਟਲੀ ਆਪਾਂ ਕੀ ਸਟੱਡੀ ਕਰਨੇ ਹਾਂ, ਉਹਨਾਂ ਦੇ ਵਿੱਚ ਜਿਹੜੇ ਆਪਰੇਸ਼ਨਸ ਜਿਹੜੇ ਆਉਂਦੇ ਨੇ, ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ, ਸਕੇਲਰ ਮਲਟੀਪਲੀਕੇਸ਼ਨ। ਤਾਂ ਇਹ ਸਾਰੇ ਜਿਹੜੇ ਹੈਗੇ ਨੇ ਆਪਾਂ 1 ਬਾਈ 1 ਆਪਾਂ ਇੱਥੇ ਡਿਸਕਸ ਕਰਨੇ ਹਾਂ। ਤਾਂ ਸਭ ਤੋਂ ਪਹਿਲਾਂ ਇੱਥੇ ਹੈਗੇ ਆਪਣੇ ਕੋਲ ਐਡੀਸ਼ਨ ਆਫ 2 ਰੀਅਲ ਫੰਕਸ਼ਨਸ। ਤਾਂ ਜਦੋਂ ਆਪਾਂ ਐਡੀਸ਼ਨ ਦੀ ਗੱਲ ਕਰਨੇ ਆ ਤਾਂ 2 ਫੰਕਸ਼ਨ ਆਪਾਂ ਨੂੰ ਪਹਿਲਾਂ ਲੈਣੇ ਪੈਣਗੇ। ਸਪੋਜ਼ ਦੇਟ f ਇਜ਼ ਏ ਫੰਕਸ਼ਨ ਫਰੋਮ x to r, ਆ ਆਪਣੇ ਕੋਲ ਇੱਕ ਫੰਕਸ਼ਨ ਹੋ ਗਿਆ। ਐਂਡ g is a function from x to r, this is another function, both are real functions, ਠੀਕ ਹੈ ਨਾ। ਤਾਂ x ਤੋਂ ਆਪਣੇ ਕੋਲ ਬਣਦਾ ਤੇ x ਜਿਹੜਾ ਹੈ ਉਹ ਆਪਣੇ ਕੋਲ ਰੀਅਲ ਨੰਬਰ ਦਾ ਕੋਈ ਸੈੱਟ ਹੈ। ਦੈਨ the function f plus g ਕੀ ਹੈ ਕਿ ਆਪਣੇ ਕੋਲ 2 ਫੰਕਸ਼ਨ ਨੂੰ ਆਪਾਂ ਐਡ ਕਰਕੇ ਆਪਣੇ ਕੋਲ ਇੱਕ ਨਵਾਂ ਫੰਕਸ਼ਨ ਬਣ ਗਿਆ। f plus g is a function from x to r and ਇਸ ਫੰਕਸ਼ਨ ਦਾ ਮਤਲਬ ਕੀ ਹੋਏਗਾ, this is sum of 2 real functions and you can say f plus gx ਜਿਹੜਾ ਹੋਏਗਾ that will be equal to fx plus gx for all x belongs to x। ਤਾਂ ਇਸ ਆਪਰੇਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ, ਐਡੀਸ਼ਨ ਆਫ 2 ਰੀਅਲ ਫੰਕਸ਼ਨਸ। ਜਦੋਂ ਵੀ ਆਪਾਂ ਕੋਈ 2 ਫੰਕਸ਼ਨ ਆਪਾਂ ਲੈਂਦੇ ਹਾਂ ਤੇ ਉਹਨਾਂ ਦਾ ਜਦੋਂ ਆਪਾਂ ਐਡੀਸ਼ਨ ਕਰਾਂਗੇ ਤਾਂ ਉਹ ਆਪਣੇ ਕੋਲ ਇੱਕ ਨਿਊ ਫੰਕਸ਼ਨ ਬਣੇਗਾ, ਠੀਕ ਹੈ ਨਾ। ਤਾਂ ਇੱਥੇ ਆਪਣੇ ਕੋਲ ਉਹ ਨਿਊ ਫੰਕਸ਼ਨ ਕਿਹੜਾ ਬਣਦਾ, f plus g। ਜਿਹੜਾ f plus g ਹੈਗਾ ਇਹਨੂੰ ਤੁਸੀਂ ਇੱਕ ਨਵਾਂ ਸਿੰਬਲ ਵੀ ਦੇ ਸਕਦੇ ਹੋ। ਸਪੋਜ਼ ਦੇਟ ਆਪਾਂ h ਦੇਤਾ, ਠੀਕ ਹੈ ਨਾ। ਤਾਂ ਇਸ ਦਾ ਮਤਲਬ ਕੀ ਹੋਏਗਾ ਕਿ hx ਇਜ਼ ਐਡੀਸ਼ਨ ਆਫ 2 ਫੰਕਸ਼ਨਸ, ਇੱਕ fx ਹੋ ਗਿਆ, ਦੂਸਰਾ gx ਹੋ ਗਿਆ, ਠੀਕ ਹੈ ਨਾ। ਜਿਵੇਂ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ। ਸਪੋਜ਼ ਦੇਟ ਵੀ ਹੈਵ fx is equal to x square plus 2x plus 3 and gx is equal to we have x cube plus x plus 1। ਤਾਂ ਜਦੋਂ ਆਪਾਂ fx plus gx ਕਰਨੇ ਆ ਤਾਂ ਇਹ ਆਪਾਂ ਨੂੰ ਕੀ ਬਣ ਜਾਊਗਾ, ਇਹਨਾਂ ਦੋਨਾਂ ਦਾ ਜੋੜ ਕਰਨਾ ਪਏਗਾ ਆਪਾਂ ਨੂੰ। अपन को आ जाएगा x क्यूब
प्लस एक्स स्केयर ਤੇ 2x प्लस x अपन को बन जाएगा 3x एंड प्लस 4 सो दिस इज न्यू फंक्शन ਇਹਨੂੰ ਤੁਸੀਂ ਐਵੇਂ ਵੀ ਨੋਟ ਕਰ ਸਕਦੇ ਹੋ f प्लस g x ਤਾਂ f प्लस gx ਜਿਹੜਾ ਹੈ ਉਹ अपन ਕੋਲ ਇਕੁਅਲ ਟੂ ਕੀ ਹੋਏਗਾ fx प्लस gx ਜੋ ਕਿ ਆਪਾਂ ਅਲਜਬਰਾ ਦੇ ਵਿੱਚ ਡੈਫੀਨੇਸ਼ਨ ਦੇ ਵਿੱਚ ਆਪਾਂ ਸਟੱਡੀ ਕੀਤਾ ਸੀਗਾ ਤਾਂ ਜਦੋਂ ਆਪਾਂ ਦੋ ਫੰਕਸ਼ਨ ਨੂੰ ਆਪਾਂ ਐਡ ਕਰਾਂਗੇ ਤਾਂ ਆਪਣੇ ਕੋਲ ਇੱਕ ਨਵਾਂ ਫੰਕਸ਼ਨ ਬਣਦਾ ਹੈ ਉਸ ਨੂੰ ਆਪਾਂ ਫਿਰ hx ਦੇ ਨਾਲ ਵੀ ਤੁਸੀਂ ਇਸ ਨੂੰ ਡਿਨੋਟ ਕਰ ਸਕਦੇ ਹੋ hx ਠੀਕ ਹੈ ਨਾ ਇੱਕੋ ਗੱਲ ਹੈਗੀ ਕਿਉਂਕਿ ਆ ਵੀ ਤਾਂ ਆਪਣਾ ਹੈਗਾ ਤਾਂ ਫੰਕਸ਼ਨ ਹੀ ਹੈ ਨਾ ਤਾਂ ਇਹਨੂੰ ਅਸੀਂ hx ਦੇ ਨਾਲ ਕਿਉਂ ਨਹੀਂ ਡਿਨੋਟ ਕਰ ਸਕਦੇ ਕੋਈ ਨਾਮ ਦੇ ਸਕਦੇ ਆਪਾਂ ਠੀਕ ਹੈ ਨਾ ਸੋ ਦਿਸ ਇਜ਼ ਦਾ ਅਲਜੇਬਰਾ ਆਫ ਐਡੀਸ਼ਨ ਆਫ ਟੂ ਰੀਅਲ ਫੰਕਸ਼ਨਸ ਨੈਕਸਟ ਜਿਹੜਾ ਹੈਗਾ ਆਪਣੇ ਕੋਲ ਸਬਟ੍ਰੈਕਸ਼ਨ ਜਿਵੇਂ ਆਪਾਂ ਐਡੀਸ਼ਨ ਦੀ ਗੱਲ ਕੀਤੀ ਸੀਗੀ ਉਵੇਂ ਹੀ ਆਪਣੇ ਕੋਲ ਸਬਟ੍ਰੈਕਟ ਵੀ ਕਰ ਸਕਦੇ ਹਾਂ ਜਿੱਥੇ ਆਪਣੇ ਕੋਲ ਪਲੱਸ ਦਾ ਸਾਈਨ ਸੀਗਾ ਉੱਥੇ ਕੀ ਆ ਜਾਏਗਾ ਆਪਣੇ ਕੋਲ ਮਾਈਨਸ ਦਾ ਸਾਈਨ ਆ ਜਾਏਗਾ ਤਾਂ ਇੱਥੇ ਕੀ ਆਪਣੇ ਕੋਲ f ਇਜ਼ ਅ ਫੰਕਸ਼ਨ ਫਰੋਮ x to r ਐਂਡ g ਇਜ਼ ਆਲਸੋ ਫੰਕਸ਼ਨ ਫਰੋਮ x to r ਤਾਂ ਦੋ ਫੰਕਸ਼ਨ ਆਪਾਂ ਲੈ ਲਏ ਤੇ x ਜਿਹੜਾ ਹੈ ਉਹ ਆਪਣੇ ਕੋਲ ਰੀਅਲ ਨੰਬਰ ਦਾ ਸੈੱਟ ਹੈ ਤਾਂ ਜਦੋਂ ਆਪਾਂ ਇੱਕ ਫੰਕਸ਼ਨ ਦੇ ਵਿੱਚੋਂ ਦੂਸਰਾ ਫੰਕਸ਼ਨ ਆਪਾਂ ਮਾਈਨਸ ਕਰਾਂਗੇ f ਮਾਈਨਸ g ਤਾਂ ਉਹ ਆਪਣੇ ਕੋਲ ਇੱਕ ਨਵਾਂ ਫੰਕਸ਼ਨ ਬਣੇਗਾ ਐਂਡ ਦਿਸ ਇਜ਼ ਦਾ ਸਬਟ੍ਰੈਕਸ਼ਨ ਆਫ ਵਨ ਫੰਕਸ਼ਨ ਫਰੋਮ ਦਾ ਅਦਰ x to r by in this way ਤਾਂ ਜਿਹੜਾ ਸਬਟ੍ਰੈਕਸ਼ਨ ਹੈਗਾ ਉਹ ਆਪਣੇ ਕੋਲ ਇਸ ਪ੍ਰਕਾਰ ਡਿਫਾਈਨ ਹੋਏਗਾ f ਮਾਈਨਸ ਜੀ x will be equal to fx ਮਾਈਨਸ gx for all x belongs to x ਤਾਂ ਇੱਥੇ ਕੀ ਹੈ ਕਿ ਆਪਾਂ ਫਿਰ ਇੱਕ ਹੋਰ ਆਹੀ ਐਗਜ਼ਾਮਪਲ ਲੈ ਲੈਣੇ ਆਪਣੇ ਕੋਲ ਹੈ ਨਾ ਇਹ ਦੋ ਫੰਕਸ਼ਨ ਹੈਗੇ ਨੇ ਤਾਂ ਜਿਹੜੇ ਆਪਣੇ ਕੋਲ ਆ ਦੋ ਫੰਕਸ਼ਨ ਹੈਗੇ ਨੇ ਇਹਨਾਂ ਦੇ ਵਿੱਚੋਂ ਕੀ ਹੈ ਕਿ ਜਦੋਂ ਆਪਾਂ f ਮਾਈਨਸ ਜੀ ਕਰਾਂਗੇ fx ਮਾਈਨਸ gx ਤਾਂ ਕੀ ਕਰਨਾ ਪਏਗਾ ਆਪਾਂ ਨੂੰ ਜਿਹੜਾ ਪਹਿਲੇ ਵਾਲਾ ਫੰਕਸ਼ਨ ਹੈਗਾ x ਸਕੁਅਰ ਪਲੱਸ 2x ਪਲੱਸ 3 ਤੇ ਮਾਈਨਸ ਕੀ ਕਰਾਂਗੇ ਆਪਾਂ gx ਦੀ ਵੈਲਿਊ ਹੈ ਨਾ तो जी एक्स कितना है अपने को एक्स क्यूब हो गया प्लस एक्स हो गया तो प्लस 1 हो गया इज इक्वल टू तुम इनू की लिख सकते हो इज इक्वल टू आप इसनू लिख सकते हाँ एक्स स्क्वेयर प्लस 2x प्लस 3 माइनस एक्स क्यूब माइनस एक्स माइनस 1 इसनू आप सिंपलीफाई किया माइनस एक्स क्यूब जी अपने को लीडिंग पावर हैगी है उन्होंने आप पहला लिखना होंगे है प्लस एक्स स्क्वेयर आ जाएगा एंड 2x माइनस एक्स प्लस एक्स एंड 3 माइनस 1 2 सो दिस इज द डिफरेंस बिटवीन टू फंक्शंस ये भी अपने को एक नवा फंक्शन बन गया सपोज दैट एनू से डिनोट कर सकते हो किसी भी नेम के नाल आप इसनू डिनोट करता h1x के नाल सो दिस इज द सिंपल वेरी डिफरेंस बिटवीन दीज टू फंक्शंस ठीक है ना ਹੁਣ ਜਿਵੇਂ ਦੋਨਾਂ ਦੇ ਵਿਚਕਾਰ ਸਿਮਿਲਰਿਟੀ ਹੈ ਜਿਵੇਂ ਆਪਣੇ ਕੋਲ ਹੋ ਗਿਆ ਮੈਂ ਲੈਣਾ ਇਹਨੂੰ fx ਪਲੱਸ ਮਾਈਨਸ gx ਦੋਨਾਂ ਦੇ ਜੇ ਕੰਬਾਈਨ ਕਰਕੇ ਲਿਖਣਾ ਹੋਵੇ ਤਾਂ ਕੀ ਹੋਏਗਾ ਇਜ਼ ਇਕੁਅਲ ਟੂ f ਪਲੱਸ ਮਾਈਨਸ gx ਠੀਕ ਹੈ ਨਾ ਜੇ ਪਲੱਸ ਦਾ ਹੈ ਤਾਂ ਪਲੱਸ ਦਾ ਸਾਈਨ ਲੈ ਲਓਗੇ ਜੇ ਮਾਈਨਸ ਦਾ ਹੈ ਤਾਂ ਮਾਈਨਸ ਦਾ ਸਾਈਨ ਜਿਹੜਾ ਹੈ ਉਹ ਆਪਣੇ ਕੋਲ ਆ ਜਾਏਗਾ ਤਾਂ ਦੋਨਾਂ ਦੇ ਵਿਚਕਾਰ ਸਿਮਿਲਰਿਟੀ ਹੈ ਜਿਵੇਂ ਤੁਸੀਂ ਐਡੀਸ਼ਨ ਕਰਦੇ ਹੋ ਉਵੇਂ ਤੁਸੀਂ ਸਬਟ੍ਰੈਕਸ਼ਨ ਵੀ कर सकते हो कोई दिक्कत नहीं है नैक्सट जोड़ा है अपने कोल वी हैव वेरी इंटरेस्टिंग मल्टीप्लिकेशन बाय ए स्केलर तो जदों कोई भी अपने कोल फंक्शन है उसनू आपां किसी भी स्केलर दे नाल मल्टीप्लाई कर सकते हैं ठीक तो ये अपने कोल एक फंक्शन है बी ए रियल वैल्यू फंक्शन एंड अल्फा जोड़ा है वो अपने कोल कोई स्केलर है स्केलर का मतलब की होंगे कोई भी अपने को रियल नंबर हो गया है ना तो रियल नंबर के सारा कुछ ही आ जाता अपने को पॉजिटिव नंबर नैगेटिव नंबर रैशनल नंबर ईरैशनल नंबर इंटीजर तो किसी भी रियल नंबर के नाल किसी भी फंक्शन को आप मल्टीप्लाई कर सकते हैं दैन द प्रोडक्ट अल्फा एक्स जी प्रोडक्ट होएगी दैट इज डिफाइंड बाय अल्फा एक्स इज इक्वल टू अल्फा एक्स So this is known as multiplication by a scalar to a
ਰੀਅਲ ਫੰਕਸ਼ਨ। ਐਗਜ਼ਾਮਪਲ ਵੀ ਤੁਸੀਂ ਇਸ ਦੀ ਲੈ ਸਕਦੇ ਹੋ, ਵੈਸੇ ਤਾਂ ਬਹੁਤ ਸਿੰਪਲ ਹੈਗਾ। ਸਪੋਜ਼ ਦੈਟ f(x) ਇਜ਼ ਇਕੁਅਲ ਟੂ ਆਪਣੇ ਕੋਲ ਕੋਈ ਵੀ ਫੰਕਸ਼ਨ ਲੈ ਲਓ, ਅਸੀਂ 2x + 3 ਲੈ ਲਿਆ ਆਪਾਂ, ਠੀਕ ਹੈ ਨਾ। ਇਹ ਆਪਣੇ ਕੋਲ ਕੋਈ ਫੰਕਸ਼ਨ ਹੋ ਗਿਆ। ਸਕੇਲਰ ਦੀ ਵੈਲਿਊ ਤੁਹਾਡੇ ਕੋਲ 2 + 2 -3 + 4 ਜਿੰਨਾ ਮਰਜ਼ੀ ਤੁਸੀਂ ਲੈ ਲਓ। ਸਪੋਜ਼ ਦੈਟ ਆਪਣੇ ਕੋਲ ਜੇ α ਇਜ਼ ਇਕੁਅਲ ਟੂ ਆਪਾਂ 2 ਚੂਜ਼ ਕਰਨੇ ਆ, ਠੀਕ ਹੈ, ਤਾਂ ਕੀ ਬਣ ਜਾਏਗਾ 2f(x) ਹੋ ਜਾਏਗਾ। f(x) ਦੀ ਵੈਲਿਊ ਕਿੰਨੀ ਹੈਗੀ ਹੈ 2, ਆਪਾਂ ਪੁੱਟ ਕਰ ਦਾਂਗੇ ਵਿਚ ਇਜ਼ 2x + 3। ਇਹਨੂੰ ਅਸੀਂ ਸਿੰਪਲੀਫਾਈ ਕਰ ਦਿਓ, ਠੀਕ ਹੈ ਨਾ। ਸੋ ਦਿਸ ਇਜ਼ ਸਕੇਲਰ ਮਲਟੀਪਲੀਕੇਸ਼ਨ। ਜੇ -2 ਹੋਏ ਤਾਂ -2 ਨਾਲ ਹੋ ਜਾਏਗਾ, 4 ਹੈਗਾ ਤਾਂ 4 ਨਾਲ ਹੋ ਜਾਏਗਾ, ਠੀਕ ਹੈ ਨਾ। ਤਾਂ ਕੋਈ ਵੀ ਤੁਹਾਡੇ ਕੋਲ ਫੰਕਸ਼ਨ ਹੈਗਾ, ਉਹਨੂੰ ਜਦੋਂ ਤੁਸੀਂ ਮਲਟੀਪਲਾਈ ਕਰੋਗੇ, ਜੋ ਵੀ ਤੁਹਾਨੂੰ ਸਕੇਲਰ ਦਿੱਤਾ ਹੋਇਆ ਹੈ, ਤਾਂ ਉਸ ਪ੍ਰਕਾਰ ਦੀ ਜਿਹੜੀ ਪ੍ਰੋਡਕਟ ਹੋਏਗੀ, ਦੇਟ ਪ੍ਰੋਡਕਟ ਇਜ਼ ਨੋਨ ਐਜ਼ ਸਕੇਲਰ ਮਲਟੀਪਲੀਕੇਸ਼ਨ। ਨੈਕਸਟ ਜਿਹੜਾ ਆਪਣੇ ਕੋਲ ਇੱਥੇ ਡੈਫੀਨੇਸ਼ਨ ਆਏਗਾ, ਦੇਟ ਇਜ਼ ਮਲਟੀਪਲੀਕੇਸ਼ਨ ਆਫ 2 ਰੀਅਲ ਫੰਕਸ਼ਨਸ। ਦੋ ਰੀਅਲ ਫੰਕਸ਼ਨ ਹੈਗੇ ਨੇ, ਤੇ ਉਹਨੂੰ ਆਪਾਂ ਕੀ ਹੈ ਕਿ ਇੱਕ ਫੰਕਸ਼ਨ ਨੂੰ ਦੂਸਰੇ ਦੇ ਨਾਲ ਆਪਾਂ ਮਲਟੀਪਲਾਈ ਕਰਨਾ ਹੈ, ਤਾਂ ਮਲਟੀਪਲਾਈ ਕਰਾਂਗੇ ਤਾਂ ਆਪਣਾ ਕੋਲ ਇੱਕ ਹੋਰ ਨਵਾਂ ਫੰਕਸ਼ਨ ਬਣੇਗਾ। ਜਿਵੇਂ ਕਿ ਆਪਣਾ ਉੱਪਰ ਜਿਹੜੀਆਂ ਆਪਾਂ ਡੈਫੀਨੇਸ਼ਨਸ ਆਪਾਂ ਡਿਸਕਸ ਕੀਤੀਆਂ ਨੇ, ਉਵੇਂ ਆਪਾਂ ਪਹਿਲਾਂ ਦੋ ਫੰਕਸ਼ਨ ਲਵਾਂਗੇ, ਇੱਕ f(x) ਫੰਕਸ਼ਨ ਹੋ ਗਿਆ, ਇੱਕ g(x) ਫੰਕਸ਼ਨ ਹੋ ਗਿਆ। ਦੋਨਾਂ ਨੂੰ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ ਇੱਕ ਨਵਾਂ ਫੰਕਸ਼ਨ ਬਣੇਗਾ f(g(x)(2r). ਇੱਕ ਚੀਜ਼ ਹੋਰ ਇੱਥੇ ਧਿਆਨ ਦੇ ਨਾਲ ਤੁਸੀਂ ਦੇਖਣਾ ਕਿ ਇੱਥੇ ਜਿਹੜੇ ਫੰਕਸ਼ਨ ਹੈਗੇ ਨੇ, ਉਹ ਦੋਨੋਂ ਦੀ ਡੋਮੇਨ ਜਿਹੜੀ ਹੈਗੀ ਉਹ ਸੇਮ ਹੈਗੀ ਹੈ। ਡੋਮੇਨ ਦਾ ਮਤਲਬ ਕਿਹੜੇ ਸੈੱਟ ਦੇ ਉੱਪਰ ਉਹ ਆਪਣੇ ਕੋਲ ਡਿਫਾਈਨ ਹੈਗਾ। ਤਾਂ ਜਦੋਂ ਵੀ ਤੁਸੀਂ ਸਬਟਰੈਕਟ ਕਰੋਗੇ, ਮਲਟੀਪਲਾਈ ਕਰੋਗੇ, ਤਾਂ ਉਹਨਾਂ ਦੀ ਡੋਮੇਨ ਜਿਹੜੀ ਹੈਗੀ ਉਹ ਆਪਣੇ ਕੋਲ ਕਾਮਨ ਰਹਿਣੀ ਚਾਹੀਦੀ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ, ਨੋਟ ਦਿਸ ਪੁਆਇੰਟ। ਅਦਰਵਾਈਜ਼ ਕੀ ਹੈ ਕਿ ਉਹ ਆਪਣੇ ਕੋਲ ਜਿਹੜਾ ਨਵਾਂ ਫੰਕਸ਼ਨ ਬਣਦਾ ਹੈ, ਉਸ ਦੀ ਡੋਮੇਨ ਕੀ ਹੋਏਗੀ, ਉਹ ਕਿੱਥੇ ਆਪਣੇ ਕੋਲ ਡਿਫਾਈਨਡ ਹੋਏਗਾ, ਉਹ ਡਿਫਰੈਂਟ ਇਸ਼ੂ ਬਣ ਜਾਂਦਾ ਹੈ ਨਾ। ਤਾਂ ਜਦੋਂ ਵੀ ਤੁਹਾਡੇ ਕੋਲ ਕੋਈ ਫੰਕਸ਼ਨ ਆਉਂਦਾ ਹੈ, ਤਾਂ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ f(x) ਅਤੇ g(x) ਜਿਹੜੇ ਦੋ ਫੰਕਸ਼ਨ ਲੈ ਰਹੇ ਹੋ, ਉਹਨਾਂ ਦੀ ਡੋਮੇਨ ਵੱਖਰੀ ਵੱਖਰੀ ਹੋ ਸਕਦੀ ਹੈ, ਲੇਕਿਨ ਜਦੋਂ ਉਹਨਾਂ ਦਾ ਤੁਸੀਂ ਕੰਪੋਜੀਸ਼ਨ ਲੈਂਦੇ ਹੋ, ਕੰਪੋਜੀਸ਼ਨ ਦਾ ਮਤਲਬ ਐਡੀਸ਼ਨ ਕਰਤਾ, ਸਬਟਰੈਕਟ ਕਰਤਾ, ਮਲਟੀਪਲਾਈ ਕਰਤਾ, ਡਿਵਾਈਡ ਕਰਤਾ, ਉਸ ਕੇਸ ਦੇ ਵਿੱਚ ਜਿਹੜਾ ਆਪਣੇ ਕੋਲ ਨਵਾਂ ਫੰਕਸ਼ਨ ਬਣੇਗਾ, ਉਸ ਦੀ ਡੋਮੇਨ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਆਪਣੇ ਕੋਲ ਆਪਰੇਸ਼ਨ ਅਪਲਾਈ ਕਰਨ ਤੋਂ ਬਾਅਦ ਜਿਹੜਾ ਨਵਾਂ ਫੰਕਸ਼ਨ ਆਇਆ ਹੈ, ਕਿ ਉਹ ਉਸ ਦੀ ਡੋਮੇਨ ਕੀ ਹੈ, ਜਾਂ ਉਹ ਕਿਹੜੇ ਡੋਮੇਨ ਦੇ ਵਿੱਚ ਫੰਕਸ਼ਨ ਜਿਹੜਾ ਹੈਗਾ ਉਹ ਡਿਫਾਈਨਡ ਹੈਗਾ। ਤਾਂ ਉਹ ਫਿਰ ਕੀ ਹੈ ਕਿ ਦੋਨਾਂ ਦੀ ਜੋ ਕਾਮਨ ਹੋਏਗੀ, ਜਾਂ ਸਮਟਾਈਮਸ ਦੋਨਾਂ ਦਾ ਇੰਟਰਸੈਕਸ਼ਨ ਜਿਹੜਾ ਆਏਗਾ ਦੋਨੋਂ ਡੋਮੇਨ ਦਾ, ਉਹ ਸੈੱਟ ਆਪਣੇ ਕੋਲ ਉਸ ਨਿਊ ਫੰਕਸ਼ਨ ਦੀ ਡੋਮੇਨ ਬਣੇਗੀ। ਇਸ ਦੀ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਆਉਣ ਵਾਲੇ ਟਿਊਟੋਰੀਅਲ ਦੇ ਵਿੱਚ ਆਪਾਂ ਐਗਜ਼ਾਮਪਲ ਮੈਂ ਪ੍ਰੋਵਾਈਡ ਕਰਾਂਗਾ, ਤਾਂ ਜੋ ਤੁਹਾਨੂੰ ਇੱਕ ਕਨਫਿਊਜ਼ਨ ਨਾ ਰਹੇ। ਹੁਣ ਇੱਥੇ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਦੈਟ ਵੀ ਹੈਵ f(x) ਇਜ਼ ਇਕੁਅਲ ਟੂ, ਸਿੰਪਲ ਜੀ ਐਗਜ਼ਾਮਪਲ ਆਪਾਂ ਲੈਂਦੇ ਹਾਂ, x³ + 2x + 1, ਤੇ gx ਜਿਹੜਾ ਹੈ ਉਹ ਤੁਹਾਡੇ ਕੋਲ ਹੈ x + 1/x², ਠੀਕ ਹੈ। ਇਹ ਆਪਣੇ ਕੋਲ ਕੋਈ ਫੰਕਸ਼ਨ ਹੈਗਾ। ਤਾਂ ਜਦੋਂ ਆਪਾਂ f(x) ਅਤੇ gx ਨੂੰ ਆਪਾਂ ਮਲਟੀਪਲਾਈ ਕਰਨੇ ਹਾਂ, ਤਾਂ ਇਹਨੂੰ ਤੁਸੀਂ ਆ ਵੀ ਤਾਂ ਲਿਖ ਸਕਦੇ ਹੋ 1/x + 1/x², ਇੱਕੋ ਹੀ ਮਤਲਬ ਹੈਗਾ, ਠੀਕ ਹੈ ਨਾ। ਤਾਂ ਜਦੋਂ ਆਪਾਂ ਮਲਟੀਪਲਾਈ ਕਰਾਂਗੇ f(x) × gx, ਠੀਕ ਹੈ ਨਾ, ਇਜ਼ ਇਕੁਅਲ ਟੂ ਕੀ ਹੋਏਗਾ x³ + 2x + 1, ਤੇ ਇਹਨੂੰ ਆਪਾਂ ਮਲਟੀਪਲਾਈ ਕਰ ਦਾਂਗੇ 1/x + 1/x² ਦੇ ਨਾਲ। ਤਾਂ ਕੀ ਹੋਏਗਾ, ਆ ਫੈਕਟਰ ਇਸ ਦੇ ਨਾਲ ਵੀ ਮਲਟੀਪਲਾਈ ਹੋਏਗਾ, ਤਾਂ 1/x ਇੰਟੂ ਹੋ ਜਾਏਗਾ x³ + 2x + 1। ਦੂਸਰਾ ਕੀ ਹੋ ਜਾਏਗਾ 1/x², x³ + 2x + 1। ਇਹਨੂੰ ਅੱਗੇ ਤੁਸੀਂ ਸਿੰਪਲੀਫਾਈ ਕਰ ਦਿਓ, ਤਾਂ x³ ਕਿੰਨਾ ਹੋਏਗਾ x², 2x/x ਕਿੰਨਾ ਹੋਏਗਾ 2 ਰਹਿ ਜਾਏਗਾ, ਤੇ 1/x ਕਿੰਨਾ ਹੋਏਗਾ 1/x ਆ ਜਾਏਗਾ। ਇਹਨੂੰ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਕੋਲ x³ x ਆਏਗਾ, ਫਿਰ 2x/x² ਕਰੋਗੇ ਤਾਂ 2/x, ਫਿਰ ਆ ਜਾਏਗਾ 1/x²।
ਇੱਥੇ ਪਲੱਸ ਦਾ ਸਾਈਨ ਆਏਗਾ, ਠੀਕ ਹੈ ਨਾ। ਸੋ ਇਹਨਾਂ ਦੋਨਾਂ ਦਾ ਤੁਸੀਂ ਐਡੀਸ਼ਨ ਕਰ ਦਿਓ ਤਾਂ ਉਹ ਤੁਹਾਡੇ ਕੋਲ ਕੀ ਹੋਏਗਾ, ਇਹਨਾਂ ਦੋਨਾਂ ਦੀ ਪ੍ਰੋਡਕਟ ਕਰਨ ਤੋਂ ਬਾਅਦ ਇੱਕ ਨਵਾਂ ਫੰਕਸ਼ਨ ਆਪਣੇ ਕੋਲ ਬਣ ਗਿਆ। ਕੀ ਬਣੇਗਾ ਤਾਂ ਇਹ ਹੋ ਗਿਆ ਆਪਣੇ ਕੋਲ, ਸੌਰੀ, ਹਾਈਐਸਟ ਪਾਵਰ x square, then we have x, then we have 2, then we have 1 upon x plus 2 upon x, 3 upon x and 1 upon x square। ਤਾਂ ਆ ਜਿਹੜੀ ਪ੍ਰੋਡਕਟ ਹੈਗੀ ਹੈ ਇਹਨੂੰ ਤੁਸੀਂ ਲਿਖ ਸਕਦੇ ਹੋ is equal to fg x, ਠੀਕ ਹੈ ਨਾ। so this is the product of two functions, very simple। in the same way ਕੀ ਹੋਏਗਾ ਆਪਣੇ ਕੋਲ quotient of two real functions। ਤਾਂ quotient ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਫੰਕਸ਼ਨ ਨੂੰ ਆਪਾਂ ਦੂਸਰੇ ਫੰਕਸ਼ਨ ਦੇ ਨਾਲ ਜਦੋਂ ਡਿਵਾਈਡ ਕਰਨੇ ਹਾਂ ਤਾਂ ਉਹ ਆਪਣੇ ਕੋਲ ਕੀ ਬਣ ਜਾਏਗਾ, quotient of real functions। ਤਾਂ ਇੱਥੇ ਕੀ ਹੈ ਕਿ ਆਪਾਂ ਇੱਕ ਫੰਕਸ਼ਨ ਨੂੰ ਦੂਸਰੇ ਨਾਲ ਡਿਵਾਈਡ ਕਰਨਾ ਹੈ। f ਅਤੇ g ਦੋ ਫੰਕਸ਼ਨ ਆਪਾਂ ਲਿੱਤੇ ਐਂਡ f upon j, this is known as quotient and is defined as f upon gx is equal to fx upon gx। fx ਫੰਕਸ਼ਨ ਨੂੰ ਆਪਾਂ gx ਦੇ ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ f upon g ਫੰਕਸ਼ਨ ਬਣੇਗਾ। ਲੇਕਿਨ ਇਸ ਦੇ ਵਿੱਚ ਪ੍ਰੋਵਾਈਡਡ ਦੇਟ gx ਜਿਹੜਾ ਹੈ ਉਹ ਆਪਣੇ ਕੋਲ ਨੋਟ ਇਕੁਅਲ ਟੂ 0 ਹੋਣਾ ਚਾਹੀਦਾ ਹੈ, ਠੀਕ ਹੈ ਨਾ। ਉਹ ਇਸ ਦੇ ਵਿੱਚ ਕੋਈ ਪੁਆਇੰਟ ਇਸ ਦਾ ਨਹੀਂ ਆਉਣਾ ਚਾਹੀਦਾ ਜਿੱਥੇ gx ਦੀ ਵੈਲਿਊ 0 ਬਣਦੀ ਹੈ। ਜੇ ਕਿਧਰੇ ਉਹ gx ਦੀ ਵੈਲਿਊ 0 ਬਣਦੀ ਹੈ ਤਾਂ ਉਹ ਪੁਆਇੰਟ ਉਸ ਦੀ ਡੋਮੇਨ ਦੇ ਵਿੱਚੋਂ ਬਾਹਰ ਕਰ ਦਾਂਗੇ, ਬਿਕੋਜ਼ ਹੋ ਸਕਦਾ ਕਿ fx ਅਤੇ gx ਦੋਨੋਂ ਹੀ ਫੰਕਸ਼ਨ ਜਿਹੜੇ ਹੈਗੇ ਨੇ 0 ਦੇ ਇਕੁਅਲ ਨਹੀਂ ਹੈਗੇ, ਫਿਰ ਤਾਂ ਕੋਈ ਦਿੱਕਤ ਨਹੀਂ ਹੈ। ਲੇਕਿਨ ਜੇ gx ਆਪਣੇ ਕੋਲ ਕਿਧਰੇ 0 ਬਣਦਾ ਹੈ ਕਿਸੇ ਪੁਆਇੰਟ ਦੇ ਉੱਪਰ, suppose that gx is equal to 0 when x is equal to 5, ਤਾਂ ਜਿਹੜਾ 5 ਪੁਆਇੰਟ ਹੈਗਾ ਉਹ ਇਸ ਦੀ ਡੋਮੇਨ ਦੇ ਵਿੱਚ ਜਦੋਂ ਆਪਾਂ f upon g ਕਰਾਂਗੇ ਤਾਂ ਉਸ ਕੇਸ ਵਿੱਚ ਕੀ ਹੋਏਗਾ, ਉਹ ਡੋਮੇਨ ਦੇ ਵਿੱਚੋਂ ਬਾਹਰ ਹੋ ਜਾਏਗਾ। so this is very quite simple and simple definitions of quotient of two real functions। ਜੇ ਇਸ ਦੀ ਤੁਸੀਂ ਇੱਕ ਐਗਜ਼ਾਮਪਲ ਲੈਣੀ ਹੋਵੇ ਤਾਂ ਤੁਸੀਂ ਐਗਜ਼ਾਮਪਲ ਆ ਲੈ ਲਓ, fx is equal to we have x square plus 2x plus 1 and gx is equal to we have x plus 1। ਤਾਂ ਜਦੋਂ ਤੁਸੀਂ f upon g ਕਰੋਗੇ ਤਾਂ is equal to ਕੀ ਹੋ ਜਾਏਗਾ, fx upon gx। ਤਾਂ fx ਕਿੰਨਾ ਹੈ ਆਪਣੇ ਕੋਲ, x square plus 2x plus 1 upon x plus 1। ਤਾਂ ਜਿਹੜਾ x square plus 2x plus 1 ਹੈ ਇਹ ਤਾਂ ਆਪਣੇ ਕੋਲ x plus 1 ਦਾ ਹੋਲ ਸਕੁਆਇਰ ਨਹੀਂ ਬਣਦਾ। ਤਾਂ ਇਹ ਕੀ ਹੋਏਗਾ, ਸਿੰਪਲੀਫਾਈ ਕਰਨ ਤੋਂ ਬਾਅਦ is equal to x plus 1 ਇਹ ਆਪਣੇ ਕੋਲ ਆ ਜਾਏਗਾ। ਜੇ ਕਿਧਰੇ ਕੋਈ ਕਾਮਨ ਫੈਕਟਰ ਆਉਂਦਾ ਹੈ ਕੁਐਸਚਨ ਦੇ ਕੇਸ ਦੇ ਵਿੱਚ, ਜੇ ਉਹ ਕੈਂਸਲ ਹੋ ਰਹੇ ਨੇ ਤਾਂ ਉਹਨਾਂ ਨੂੰ ਕੈਂਸਲ ਕਰ ਦਿਓ, ਸਿੰਪਲੀਫਾਈ ਕਰ ਸਕਦੇ ਹੋ ਤੁਸੀਂ, ਠੀਕ ਹੈ ਨਾ। ਸੋ these are some few definitions of algebra of real functions। now there are some very simple examples and ਕਿਉਂਕਿ ਮੈਂ ਆਪਦੇ ਕੋਲੋਂ ਐਗਜ਼ਾਮਪਲਸ ਦੇ ਕੇ ਇਹ ਸਾਰੇ ਪੁਆਇੰਟ ਆਪਾਂ ਇੱਥੇ ਡਿਸਕਸ ਕਰ ਚੁੱਕੇ ਹਾਂ। ਸੋ ਇਹ ਜਿਹੜੀਆਂ ਹੁਣ ਡੈਫੀਨੇਸ਼ਨਸ ਹੈਗੀਆਂ ਨੇ, ਨਾਓ ਐਗਜ਼ਾਮਪਲਸ ਜਿਹੜੀ ਹੈਗੀਆਂ ਨੇ ਇੱਥੇ ਹੈ ਨਾ, ਨਾਓ ਯੂ ਕੈਨ ਡੂ ਦਿਸ ਐਗਜ਼ਾਮਪਲ। ਇਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ, f plus g ਹੋ ਗਿਆ, f minus g ਹੋ ਗਿਆ, f g ਹੋ ਗਿਆ, ਹੈ ਨਾ। ਸੋ ਆਲ ਥੀਸ ਐਗਜ਼ਾਮਪਲਸ ਆਰ ਫਰੋਮ ਯੂਅਰ NCERT book and page number if you want to see is page number, okay, page number is 43, ਠੀਕ ਹੈ ਨਾ। ਤਾਂ 43 ਪੇਜ ਦੇ ਉੱਪਰ ਜੋ ਤੁਹਾਡੀ NCERT ਦੀ ਬੁੱਕ ਦੇ ਵਿੱਚ ਜੋ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਇਹਨਾਂ ਦੇ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਏਗੀ, ਕਿਉਂਕਿ ਆਪਾਂ ਡਿਟੇਲ ਦੇ ਵਿੱਚ ਮੈਂ ਆਪਦੇ ਕੋਲੋਂ ਐਗਜ਼ਾਮਪਲਸ ਦੇ ਕੇ ਇਹ ਸਾਰੇ ਕੰਸੈਪਟ ਮੈਂ ਤੁਹਾਨੂੰ ਕਲੀਅਰ ਕਰਾਤੇ ਹੈ ਨਾ। ਨਾਓ ਯੂ ਵਿਲ ਡੂ ਆਲ ਥੀਸ ਐਗਜ਼ਾਮਪਲਸ ਯੂਅਰਸੈਲਫ। ਆ ਐਗਜ਼ਾਮਪਲ ਵੀ ਤੁਸੀਂ ਕਰ ਸਕਦੇ ਹੋ, ਕੁਐਸਚਨ ਦੀ ਗੱਲ ਕਰਦਾ ਹੈ ਨਾ। ਆ f plus g ਹੋ ਗਿਆ, f plus g, f minus g, f g ਤੇ ਆ ਕੁਐਸਚਨ ਆ ਗਿਆ। ਸਾਰੇ ਆਪਰੇਸ਼ਨਸ ਜੋ ਆਪਾਂ ਅਲਜੈਬਰਾ ਸਟੱਡੀ ਕੀਤਾ ਹੈ ਉਹ ਸਾਰੇ ਇਹਦੇ ਵਿੱਚ ਆ ਗਏ। ਇਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ देयर आर वेरी सिंपल क्वेश्चंस इन योर बुक।
ਠੀਕ ਹੈ ਨਾ। ਇਹ ਸਾਰੇ ਕੁਐਸਚਨਸ ਤੁਸੀਂ ਕਰ ਸਕਦੇ ਹੋ, ਕਿਧਰੇ ਵੀ ਕੋਈ ਆਪਾਂ ਨੂੰ ਦਿੱਕਤ ਨਹੀਂ ਆਏਗੀ। ਜੇ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਨਾ, ਤੁਸੀਂ ਕੀ ਕਰੋਗੇ, ਯੂ ਵਿਲ ਟੈਕਸਟ ਏ ਮੈਸੇਜ ਇਨ ਦਾ YouTube ਚੈਟ ਬਾਕਸ। ਤੁਸੀਂ ਸਿਰਫ ਕੁਐਸਚਨ ਨੰਬਰ ਅਤੇ ਐਕਸਰਸਾਈਜ਼ ਜਾਂ ਪੇਜ ਨੰਬਰ ਕਿਸ ਪੇਜ ਨੰਬਰ ਦੇ ਉੱਪਰ ਕਿੰਨਵਾਂ ਕੁਐਸਚਨ ਹੈਗਾ, ਸਿਰਫ ਇੰਨਾ ਉੱਥੇ ਟੈਕਸਟ ਕਰ ਦਿਓ। ਤਾਂ ਨੈਕਸਟ ਵਾਲੇ ਟਿਊਟੋਰੀਅਲ ਦੇ ਵਿੱਚ ਕੀ ਹੋਏਗਾ ਕਿ ਉਹ ਕੁਐਸਚਨ ਜਿਹੜਾ ਹੋਏਗਾ ਉਹ ਆਪਾਂ ਮੈਂ ਡਿਸਕਸ ਕਰਕੇ ਉਹਦੇ ਵਿੱਚ ਮੈਂ ਅਪਲੋਡ ਕਰ ਦੂੰਗਾ, ਤਾਂ ਜੋ ਤੁਹਾਡੀ ਜਿਹੜੀ ਪ੍ਰੋਬਲਮ ਹੋਏਗੀ ਉਹ ਤੁਹਾਡੇ ਪ੍ਰੋਬਲਮਸ ਵੀ ਸੌਰਟ ਆਊਟ ਹੋ ਜਾਣਗੀਆਂ। ਓਕੇ, so dear students, in the present tutorial we discuss algebra of real functions, which include addition, subtraction, multiplication and quotient, and you see that all these are very simple and play very important role for further study. So always keep in touch, और जो भी ਲੈਕਚਰ ਆਪਾਂ ਇੱਥੇ ਡਿਸਕਸ ਕਰਨੇ ਆ ਉਹਨੂੰ ਤੁਸੀਂ ਕੰਪਲੀਟ ਅਟੈਂਡ ਕਰੋਗੇ ਤਾਂ ਹੀ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਏਗਾ। ਠੀਕ, ਤਾਂ ਜਿਹੜੀ ਤੁਹਾਡੀ ਪ੍ਰੋਬਲਮ ਆਉਂਦੀ ਹੈ ਕੋਈ, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਤੁਸੀਂ ਸਿਰਫ ਕੀ ਕਰਨਾ ਹੈ, ਕਿਸ ਪੇਜ ਨੰਬਰ ਦੇ ਉੱਪਰ ਕਿੰਨਵਾਂ ਕੁਐਸਚਨ NCERT ਦੀ ਬੁੱਕ ਦੇ ਵਿੱਚੋਂ ਹੈ, ਕਿਉਂਕਿ ਆਹ ਹੁਣ ਲੈਕਚਰ ਜਿਹੜਾ ਹੈ ਉਹ NCERT ਦੀ ਬੁੱਕ ਦੇ ਵਿੱਚ ਚੱਲ ਰਹੇ ਨੇ, ਹੈ ਨਾ। ਤਾਂ ਤੁਸੀਂ ਪੇਜ ਨੰਬਰ ਐਂਡ ਕੁਐਸਚਨ ਨੰਬਰ ਸਿਰਫ ਇਹਨਾਂ ਚੈਟ ਬਾਕਸ ਦੇ ਵਿੱਚ ਪਾਉਣਾ ਹੈ। ਤਾਂ ਨੈਕਸਟ ਜਿਹੜਾ ਲੈਕਚਰ ਆਏਗਾ ਉਸ ਵਿੱਚ ਡੈਫੀਨੇਟਲੀ ਉਹ ਤੁਹਾਡੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਉਸ ਵਿੱਚ ਡਿਸਕਸ ਕੀਤੀ ਜਾਏਗੀ। So thank you very much to see this lecture till the end.